ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਜਾਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਾਂਗੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਆ। ਅਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਉਹ ਯੂਰਪ ਦੇ ਵਿੱਚ ਜਿਹੜੇ ਆਉਣ ਵਾਲੇ ਵਿਦਿਆਰਥੀ ਹੈ ਉਹਨਾਂ ਲਈ ਗੁੱਡ ਨਿਊਜ਼ ਹੈ। ਹੁਣ ਬਾਹਰਲੇ ਦੇਸ਼ਾਂ 'ਚੋਂ ਮਤਲਬ ਕਿ ਇੰਡੀਆ ਤੋਂ ਹੋਰ ਦੇਸ਼ਾਂ ਤੋਂ ਵੀ ਜਿਹੜੇ ਯੂਰਪ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਆਉਂਦੇ ਹਨ, ਉਹਨਾਂ ਦੇ ਲਈ ਜਿਹੜੀ ਕੁਆਰੰਟਾਈਨ ਦੀ ਸ਼ਰਤ ਹੈਗੀ ਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਜੇਕਰ ਆਪਾਂ ਯੂਰਪੀਅਨ ਦੇਸ਼ਾਂ ਦੀ ਗੱਲ ਕਰੀਏ ਤਾਂ ਫਿਲਹਾਲ ਇੰਗਲੈਂਡ ਅਤੇ ਪੋਲੈਂਡ ਦੋ ਦੇਸ਼ਾਂ ਨੇ 2 ਇੰਜੈਕਸ਼ਨ ਲਗਵਾ ਚੁੱਕੇ ਇੰਡੀਅਨ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਲਈ ਕੁਆਰੰਟਾਈਨ ਦੀ ਸ਼ਰਤ ਖਤਮ ਕਰ ਦਿੱਤੀ ਹੈ। ਅਤੇ ਇਹਨਾਂ ਦੇਸ਼ਾਂ ਵੱਲੋਂ ਵਿਦਿਆਰਥੀਆਂ ਲਈ ਕੁਆਰੰਟਾਈਨ ਦੀ ਜਿਹੜੀ ਸ਼ਰਤ ਖਤਮ ਕਰਨ ਦਾ ਇੱਕ ਵੱਡੀ ਰਾਹਤ ਵਾਲੀ ਗੱਲ ਹੈ, ਕਿਉਂਕਿ ਵਿਦਿਆਰਥੀ ਜਦੋਂ ਯੂਰਪ ਦੇ ਦੇਸ਼ਾਂ ਵਿੱਚ ਪੜ੍ਹਨ ਆਉਂਦੇ ਸੀ ਤਾਂ ਉਹਨਾਂ ਨੂੰ ਜਾਂਦੇ ਉਸੇ ਟਾਈਮ 10 ਦਿਨ ਤੋਂ ਲੈ ਕੇ 14 ਦਿਨਾਂ ਦਾ ਕੁਆਰੰਟਾਈਨ ਰਹਿਣਾ ਪੈਂਦਾ ਸੀ ਅਤੇ ਇਸ 'ਤੇ ਉਹਨਾਂ ਦਾ ਖਰਚਾ ਵੀ ਹੁੰਦਾ ਸੀ। ਪਰ ਹੁਣ ਇਹ ਸ਼ਰਤ ਦੇ ਖਤਮ ਹੋਣ ਦੇ ਨਾਲ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਅਤੇ ਪੜ੍ਹਾਈ ਦੇ ਲਈ ਯੂਰਪ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਇਸ ਨਾਲ ਵਾਧਾ ਹੋਵੇਗਾ। ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਆਬੂ ਧਾਬੀ ਤੋਂ। ਆਬੂ ਧਾਬੀ ਦੇ ਕਲਚਰਲ ਅਤੇ ਟੂਰਿਸਟ ਡਿਪਾਰਟਮੈਂਟ ਨੇ ਗ੍ਰੀਨ ਲਿਸਟ ਦੇ ਵਿੱਚ ਸ਼ਾਮਲ ਦੇਸ਼ਾਂ ਦੇ ਲਈ ਹੁਣ ਯਾਤਰਾ ਨਿਯਮਾਂ ਨੂੰ ਅਪਡੇਟ ਕੀਤਾ ਹੈ। ਹੁਣ ਗ੍ਰੀਨ ਲਿਸਟ ਦੇ ਵਿੱਚ ਸ਼ਾਮਲ ਦੇਸ਼ਾਂ ਤੋਂ ਆਉਣ ਵਾਲੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀ ਆਬੂ ਧਾਬੀ ਦੇ ਅਮਰਾਤ ਵਿੱਚ ਬਿਨਾਂ ਇਕਾਂਤਵਾਸ ਦੇ ਸਿੱਧਾ ਪ੍ਰਵੇਸ਼ ਕਰ ਸਕਦੇ ਹਨ। ਅਤੇ ਨਵੀਂ ਸੂਚੀ ਜਿਹੜੀ ਅਪਡੇਟ ਹੋਈ ਹੈ ਉਹ ਅੱਜ ਸਵੇਰ ਤੋਂ ਹੋ ਚੁੱਕੀ ਹੈ, ਲਾਗੂ ਹੋ ਚੁੱਕੀ ਹੈ। ਅਤੇ ਨਵੀਂ ਇਸ ਲਿਸਟ ਦੇ ਵਿੱਚ ਕਾਫੀ ਦੇਸ਼ ਸ਼ਾਮਿਲ ਹੈ, ਜਿਨ੍ਹਾਂ ਦੇ ਵਿੱਚੋਂ ਇਟਲੀ, ਫਰਾਂਸ, ਜਰਮਨੀ, ਗ੍ਰੀਸ, ਹਾਂਗਕਾਂਗ, ਆਈਸਲੈਂਡ, ਇੰਡੋਨੇਸ਼ੀਆ, ਮਾਲਦੀਵ, ਆਸਟਰੀਆ, ਸਪੇਨ, UK, USA ਅਤੇ ਕਾਫੀ ਹੋਰ ਜ਼ਿਆਦਾ ਦੇਸ਼ ਸ਼ਾਮਿਲ ਹਨ। ਅਤੇ ਗ੍ਰੀਨ ਲਿਸਟ ਦੇ ਵਿੱਚ ਸ਼ਾਮਿਲ ਦੇਸ਼ਾਂ ਦਾ ਮਤਲਬ ਉਸ ਜਗ੍ਹਾ ਤੋਂ ਹੋਵੇਗਾ ਜਿੱਥੋਂ ਯਾਤਰੀ ਆ ਰਹੇ ਹਨ, ਨਾ ਕਿ ਯਾਤਰੀਆਂ ਦੀ ਨਾਗਰਿਕਤਾ ਤੋਂ ਮਤਲਬ ਹੈ ਇਸਦਾ। ਅਤੇ ਆਬੂ ਧਾਬੀ ਦੇ ਵਿੱਚ ਜਿਹੜੇ ਯਾਤਰੀ ਇਸ ਲਿਸਟ ਦੇ ਵਿੱਚ ਸ਼ਾਮਿਲ ਹਨ, ਜਿਹੜੇ ਯਾਤਰੀ ਆਉਣਗੇ ਉਹਨਾਂ ਯਾਤਰੀਆਂ ਨੂੰ ਇੱਕ ਨੈਗੇਟਿਵ PCR ਰਿਪੋਰਟ ਜਿਹੜੀ ਹੈਗੀ ਆ ਦਿਖਾਉਣੀ ਪਵੇਗੀ, ਜਿਸ ਦੀ ਜਿਹੜੀ ਜਾਂਚ ਯਾਤਰਾ ਤੋਂ 48 ਘੰਟੇ ਪਹਿਲਾਂ ਕਰਵਾਈ ਗਈ ਹੋਵੇ। ਇਸ ਤੋਂ ਇਲਾਵਾ ਆਬੂ ਧਾਬੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਇੱਕ PCR ਟੈਸਟ ਵੀ ਕਰਵਾਉਣਾ ਪਵੇਗਾ। ਉੱਥੇ ਹੀ ਵੈਕਸੀਨ ਲਗਵਾ ਚੁੱਕੇ ਯਾਤਰੀਆਂ ਦਾ ਆਬੂ ਧਾਬੀ ਦੇ ਵਿੱਚ ਪਹੁੰਚਣ 'ਤੇ 6 ਦਿਨ ਬਾਅਦ PCR ਟੈਸਟ ਹੋਵੇਗਾ। ਤਾਂ ਬਿਨਾਂ ਵੈਕਸੀਨ ਲਗਵਾਏ ਗਏ ਲੋਕਾਂ ਦੀ 6 ਤੋਂ ਲੈ ਕੇ 6ਵੇਂ ਅਤੇ 9ਵੇਂ ਦਿਨ ਕਰੋਨਾ ਦੀ ਜਾਂਚ ਕੀਤੀ ਜਾਵੇਗੀ। ਅਤੇ ਗ੍ਰੀਨ ਲਿਸਟ ਦੇ ਵਿੱਚ ਸ਼ਾਮਲ ਜਿਹੜੇ ਦੇਸ਼ ਹੈਗੇ ਆ ਉਹਨਾਂ ਨੂੰ, ਇਹਨਾਂ ਦੇਸ਼ਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ, ਉਹਨਾਂ ਨੂੰ ਆਬੂ ਧਾਬੀ ਦੇ ਵਿੱਚ ਇਕਾਂਤਵਾਸ ਤੋਂ ਰਾਹਤ ਮਿਲ ਗਈ ਹੈ। ਇਸ ਤੋਂ ਬਾਅਦ ਅਗਲੀ ਵੀ ਗੁੱਡ ਨਿਊਜ਼ ਹੈ। ਅਗਲੀ ਗੁੱਡ ਨਿਊਜ਼ ਜਿਹੜੀ ਹੈਗੀ ਆ UK ਜਾਣ ਵਾਲੇ ਇੰਡੀਅਨਸ ਦੇ ਲਈ ਹੈ ਅਤੇ ਹੁਣ ਉਹਨਾਂ ਨੂੰ ਵੀ ਕੁਆਰੰਟਾਈਨ ਨਹੀਂ ਹੋਣਾ ਪਵੇਗਾ। ਅਤੇ ਬਿਆਨ ਕੀਤਾ ਜਾਂਦਾ ਹੈ ਕਿ ਬ੍ਰਿਟੇਨ ਨੇ ਨਰਮ ਰਵੱਈਆ ਅਪਣਾਉਂਦੇ ਹੋਏ ਇਕਾਂਤਵਾਸ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ। ਬ੍ਰਿਟੇਨ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਲੈ ਚੁੱਕੇ ਭਾਰਤੀਆਂ ਨੂੰ 11 ਅਕਤੂਬਰ ਤੋਂ ਇਕਾਂਤਵਾਸ ਦੇ ਨਿਯਮਾਂ ਨੂੰ ਹਟਾ ਦਿੱਤਾ ਹੈ ਅਤੇ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਬ੍ਰਿਟੇਨ ਨੇ ਭਾਰਤੀ ਯਾਤਰੀਆਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ ਜੋ ਕੋਵਿਸ਼ੀਲਡ ਜਾਂ ਕਿਸੇ ਹੋਰ ਬ੍ਰਿਟਿਸ਼ ਸਰਕਾਰ ਵੱਲੋਂ ਮਨਜ਼ੂਰ ਵੈਕਸੀਨ ਰਾਹੀਂ ਫੁੱਲੀ ਵੈਕਸੀਨੇਟਡ ਹਨ। ਅਤੇ ਅਜਿਹੇ ਇੰਡੀਅਨਸ ਯਾਤਰੀਆਂ ਨੂੰ 11 ਅਕਤੂਬਰ ਤੋਂ ਬ੍ਰਿਟੇਨ ਦੇ ਵਿੱਚ ਦਾਖਲ ਹੋਣ 'ਤੇ ਕੁਆਰੰਟਾਈਨ ਤੋਂ ਛੋਟ ਦਿੱਤੀ ਜਾਵੇਗੀ। ਇੱਥੇ ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਸਰਕਾਰ ਨੇ ਪਹਿਲਾਂ ਕੋਵਿਸ਼ੀਲਡ ਵੈਕਸੀਨ ਨੂੰ ਜਿਹੜੀ ਇੰਡੀਆ ਦੇ ਵਿੱਚ ਬਣਦੀ ਹੈ ਉਸ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਸੀ, ਪਰ ਭਾਰਤ ਦੇ ਸਖਤ ਰਵੱਈਏ ਤੋਂ ਬਾਅਦ ਇਸ ਨੇ 22 ਸਤੰਬਰ ਨੂੰ ਆਪਣੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਬਦਲਾਅ ਕੀਤੇ ਅਤੇ ਵੈਕਸੀਨ ਨੂੰ ਵੀ ਸ਼ਾਮਲ ਕਰ ਲਿੱਤਾ ਹੈ। ਇਸ ਤੋਂ ਬਾਅਦ ਆਪਾਂ ਅਗਲੀ ਨਿਊਜ਼ ਸ਼ੁਰੂ ਕਰਦੇ ਹਾਂ ਇਟਲੀ ਤੋਂ। ਇਟਲੀ ਦੇ ਵਿੱਚ ਪਿਛਲੇ 24 ਘੰਟੇ ਦੇ ਦੌਰਾਨ 2938 ਕੇਸਿਸ ਆਏ ਹਨ, ਜਿਹੜੇ ਕਿ ਪਿਛਲੇ ਦਿਨ ਤੋਂ ਕੁਛ ਘੱਟ ਹਨ। ਅਤੇ ਜੇਕਰ ਆਪਾਂ ਡੈਥ ਦੇਖੀਏ ਤਾਂ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 41 ਡੈਥ ਹੋਈਆਂ ਹਨ। ਅਤੇ ਇਟਲੀ ਦੇ ਵਿੱਚ ਵੀ ਹੁਣ ਜਿਹੜੇ ਕੇਸਿਸ ਹੈਗੇ ਆ ਉਹ ਕੁਛ ਘੱਟ ਰਹੇ ਹਨ ਅਤੇ ਜਿਹੜਾ RT ਲੈਵਲ ਹੈਗਾ, ਰੇਟ ਆਫ ਟਰਾਂਸਮਿਸ਼ਨ ਹੈਗੀ ਆ ਵਾਇਰਸ ਦੀ, ਉਹ 0.83 'ਤੇ ਪਹੁੰਚ ਚੁੱਕੀ ਹੈ। ਅਤੇ ICU ਦੇ ਵਿੱਚ ਵੀ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਅੱਗੇ ਨਾਲੋਂ ਘੱਟ ਐਡਮਿਟ ਹੋ ਰਹੇ ਹਨ। ਅਤੇ ਇਟਲੀ ਦੇ ਵਿੱਚ 4 ਰੀਜਨ ਅਜਿਹੇ ਹਨ ਜਿਹੜੇ ਕਿ ਮੋਡਰੇਟ ਯਾਨੀ ਕਿ ਮੀਡੀਅਮ ਰਿਸਕ 'ਤੇ ਹੈ, ਜਿਨ੍ਹਾਂ ਨੂੰ ਜ਼ੋਨਸ ਜਿਨ੍ਹਾਂ ਦੇ ਚੇਂਜ ਕੀਤੇ ਜਾ ਸਕਦੇ ਹਨ। ਇਹ ਹਨ ਬ੍ਰਾਜ਼ੀਲੀਕਾਤਾ, ਤਰੈਂਤੋ, ਬਲਸਾਨੋ ਅਤੇ ਬਾਲੇ ਦੀ ਔਸਤਾ।
ਤੇ ਸ਼ਨੀਵਾਰ ਤੋਂ ਜਿਹੜਾ ਸਾਰਾ ਹੀ ਇਟਲੀ ਵਾਈਟ ਜ਼ੋਨ ਦੇ ਵਿੱਚ ਹੋਏਗਾ ਤੇ ਸਚਿਲੀਆ ਵੀ ਜਿਹੜਾ ਹੈਗਾ ਆ ਯੈਲੋ ਜ਼ੋਨ ਤੋਂ ਹੁਣ ਬਾਹਰ ਨਿਕਲ ਰਿਹਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਬਾਲੇ ਦੀ ਔਸਤਾ ਤੋਂ। ਬਾਲੇ ਦੀ ਔਸਤਾ ਦੇ ਵਿੱਚ 7 ਕਲਾਸਿਸ ਅਜਿਹੀਆਂ ਹਨ ਸਕੂਲਾਂ ਦੇ ਵਿੱਚ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਿੰਡਰਗਾਰਟਨ ਕਲਾਸ ਦੇ ਵਿੱਚ ਜਿਹੜੇ 16 ਬੱਚੇ ਹਨ ਤੇ 2 ਟੀਚਰਸ ਤੇ 1 ਆਪਰੇਟਰਸ ਹੈਗੇ ਆ, ਇਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਤੇ ਪ੍ਰਾਇਮਰੀ ਸਕੂਲ ਦੇ ਵਿੱਚ 4 ਕਲਾਸਿਸ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਜਿਸ ਦੇ ਵਿੱਚ 71 ਸਟੂਡੈਂਟਸ ਤੇ 9 ਟੀਚਰਸ ਤੇ ਆਪਰੇਟਰਸ ਹਨ। ਤੇ ਇਸ ਤੋਂ ਬਾਅਦ ਜਿਹੜੇ 2 ਲੋਅਰ ਸੈਕੰਡਰੀ ਕਲਾਸਿਸ ਹੈਗੀਆਂ ਆ ਜਿਨ੍ਹਾਂ ਦੇ ਵਿੱਚ 36 ਸਟੂਡੈਂਟਸ 16 ਟੀਚਰਸ ਤੇ ਕੁਝ ਆਪਰੇਟਰਸ ਹੈਗੇ ਆ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਜਦ ਕਿ ਓਵਰਆਲ ਦੇਖੀਏ ਤਾਂ ਸਾਰੇ ਹੀ ਕਲਾਸਿਸ ਦੇ ਵਿੱਚੋਂ 7 ਅਜਿਹੇ ਬੱਚੇ ਹਨ ਜਿਹੜੇ ਕਿ ਪੋਜ਼ਿਟਿਵ ਪਾਏ ਗਏ ਹਨ, ਪਰ ਇਹਨਾਂ ਦੇ ਮਿਲਣ ਤੋਂ ਬਾਅਦ ਬਾਕੀ ਜਿਹੜੀ ਕਲਾਸਿਸ ਹੈਗੀਆਂ ਇਹਨਾਂ ਸਾਰਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਲੰਬਾਰਦੀਆਂ ਤੋਂ। ਲੰਬਾਰਦੀਆਂ ਦੇ ਵਿੱਚ ਵੀ 1067 ਜਿਹੜੇ ਹੈਲਥ ਵਰਕਰ ਹੈਗੇ ਆ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਵਾਈ ਹੈ ਤੇ ਉਹਨਾਂ ਦੇ ਵਿੱਚੋਂ 402 ਅਜਿਹੇ ਵਰਕਰਸ ਹੈਗੇ ਆ ਜਿਨ੍ਹਾਂ ਨੂੰ ਵੈਕਸੀਨ ਨਾ ਲਗਵਾਉਣ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇੱਕ 68 ਸਾਲ ਦਾ ਵਿਅਕਤੀ ਜਿਸ ਨੇ ਵੈਕਸੀਨ ਲੈਣ ਤੋਂ ਮਨਾ ਕੀਤਾ ਸੀ ਤੇ ਉਸਨੇ ਆਪਣੇ ਆਪ ਨੂੰ ਕਿਉਰ ਕਰਨ ਦੇ ਲਈ, ਆਪਣੇ ਆਪ ਨੂੰ ਠੀਕ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਹੀ ਥੈਰੇਪੀਜ਼ ਲੈਣੀ ਸ਼ੁਰੂ ਕੀਤੀ ਤੇ ਕੱਲ੍ਹ ਸ਼ਾਮ ਸੈਂਟ ਆਨਾ ਹਸਪੀਟਲ ਫੈਰਾਰਾ ਦੇ ਵਿੱਚ ਉਸ ਦੀ ਡੈਥ ਹੋ ਗਈ ਹੈ ਜਦੋਂ ਕਿ ਉਸ ਨੂੰ ਉੱਥੇ ਕ੍ਰਿਟੀਕਲ ਹਾਲਤ ਦੇ ਵਿੱਚ ਲਿਆਇਆ ਗਿਆ। ਤੇ ਇਹ ਜਿਹੜਾ ਵਿਅਕਤੀ ਹੈ ਇਹ ਮਤਲਬ ਕਿ ਨੋਵੈਕਸ ਦੇ ਵਿੱਚ ਆਉਂਦਾ ਹੈ, ਜਿਹਨਾਂ ਕਿ ਨੋਵੈਕਸ ਨੂੰ ਜ਼ਿਆਦਾ ਮਤਲਬ ਕਿ ਜਿਹੜੇ ਨਹੀਂ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਮੰਨਦਾ ਸੀ ਤੇ ਇਸ ਨੇ ਆਪਣੇ ਆਪ ਨੂੰ ਠੀਕ ਕਰਨ ਦੇ ਲਈ ਘਰ ਦੇ ਵਿੱਚ ਹੀ ਹੋਮ ਰੈਮਡੀਜ਼ ਲੈਣੀ ਸ਼ੁਰੂ ਕੀਤੀ, ਪਰ ਇਸ ਦੇ ਨਾਲ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਤੇ ਐਂਡ ਵਿੱਚ ਉਸ ਦੀ ਡੈਥ ਹੋ ਗਈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਲੁਈਜ਼ੀ ਦੀ ਮਾਇਓ, ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਉਹ 45 ਮਿਲੀਅਨ ਡੋਜ਼ਿਸ ਜਿਹੜੀਆਂ ਕੋਵਿਡ ਵੈਕਸੀਨ ਦੀਆਂ ਹੈਗੀਆਂ ਉਹ ਅਫਰੀਕਾ ਨੂੰ ਦੇਣਗੇ, ਕਿਉਂਕਿ ਬਿਆਨ ਕੀਤਾ ਜਾ ਰਿਹਾ ਹੈ ਕਿ ਅਫਰੀਕਾ ਦੇ ਕੋਲ ਸਿਰਫ 2% ਹੀ ਵੈਕਸੀਨਸ ਹੈ ਤੇ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਪ੍ਰੋਵਾਈਡ ਕੀਤੀ ਜਾਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਮੰਡੇ ਤੋਂ CDM ਦੇ ਦੁਆਰਾ ਜਿਹੜੀ ਸਿਨੇਮਾਸ ਤੇ ਥੀਏਟਰਸ ਹੈਗੇ ਆ ਉਹਨਾਂ ਦੀ ਕਪੈਸਿਟੀ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਜਿਹੜੀ ਕਪੈਸਿਟੀ ਹੈ ਵਧਣ ਦੀ ਹੈ ਸਿਰਫ ਵਾਈਟ ਜ਼ੋਨ ਜਿਹੜੇ ਹੈਗੇ ਉਹਨਾਂ ਦੇ ਵਿੱਚ ਹੀ ਹੋਵੇਗੀ। ਤੇ ਬਿਆਨ ਕੀਤਾ ਗਿਆ ਹੈ ਕਿ ਮੰਡੇ ਤੋਂ ਸਿਨੇਮਾਸ ਤੇ ਥੀਏਟਰਸ ਦੇ ਵਿੱਚ 100% ਮਤਲਬ ਕਿ ਫੁੱਲ ਕਪੈਸਿਟੀ ਹੋਵੇਗੀ। ਡਿਸਕੋਜ਼ ਦੇ ਥੀਏਟਰ ਜਿਹੜੇ ਡਿਸਕੋ ਹੈਗੇ ਆ ਉਹਨਾਂ ਦੇ ਵਿੱਚ ਇਨਡੋਰਸ ਦੇ ਵਿੱਚ 50% ਕਪੈਸਿਟੀ ਹੋਵੇਗੀ ਤੇ ਆਊਟਡੋਰ ਦੇ ਵਿੱਚ 75% ਕਪੈਸਿਟੀ ਹੋਵੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਪੂਲੀਆ ਤੋਂ। ਪੂਲੀਆ ਦੇ ਵਿੱਚ ਵੀ ਇੱਕ ਵਾਰ ਫੇਰ ਕੰਮ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਉਮਰ 30 ਸਾਲ ਦੀ ਸੀ। ਇਹ ਇੱਕ ਸ਼ਰਾਬ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਵਾਈਨ ਬਣਾਉਂਦੇ ਸਮੇਂ ਜਦੋਂ ਇਹ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਇਹ ਜਿਹੜਾ ਵਾਈਨ ਬਣਾਉਣ ਵਾਲਾ ਟੈਂਕ ਸੀ ਜਿਹੜਾ ਕਿ ਪੂਰਾ ਸ਼ੀਰੇ ਨਾਲ ਭਰਿਆ ਸੀ ਉਸ ਦੇ ਵਿੱਚ ਡਿੱਗ ਗਿਆ ਤੇ ਉਸ ਦੇ ਨਾਲ ਉਸ ਦੀ ਮੌਤ ਹੋ ਗਈ। ਇਹ ਹਾਦਸਾ ਕੱਲ੍ਹ ਸ਼ਾਮ 5:30 ਵਜੇ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਤੇ ਜਿਹੜੀ ਡਾਕਟਰਸ ਦੇ ਆਉਣ ਤੋਂ ਪਹਿਲਾਂ ਉਸ ਵਿਅਕਤੀ ਦੀ ਲਾਸ਼ ਨੂੰ ਟੈਂਪਿੰਗ ਟੈਂਕ ਤੋਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਿਹੜੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਇਸ ਅੱਜ ਦੀਆਂ ਕੁਝ ਖਾਸ ਨਿਊਜ਼। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ